ਭਾਰਤ ਦੇ ਬਹੁਤ ਹੀ ਪਿਆਰੇ ਦੇਸ਼ ਵਾਸੀਓ, ਅੱਜ ਆਪ ਜੀ ਦੇ ਨਾਲ ਇੱਕ ਬਹੁਤ ਹੀ ਪਿਆਰੇ ਅਤੇ ਅਹਿਮ ਵਿਸ਼ੇ 'ਤੇ ਗੱਲਬਾਤ ਕਰਾਂਗਾ, ਜਿਸ ਦਾ ਨਾਮ ਹੈ ਸਾਡੇ ਭਾਰਤ ਦੇਸ਼ ਦੇ ਤਿਰੰਗੇ ਝੰਡੇ ਵਿੱਚ ਜੋ ਨੀਲੇ ਰੰਗ ਦਾ ਅਸ਼ੋਕ ਚੱਕਰ ਬਣਿਆ ਹੈ, ਉਸ ਤੋਂ ਕੀ ਭਾਵ ਹੈ, ਉਸ ਦਾ ਕੀ ਮਤਲਬ ਹੈ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਅਸ਼ੋਕ ਚੱਕਰ ਨੂੰ ਸਮਝਣ ਦਾ ਯਤਨ ਕਰੀਏ, ਵਿਚਾਰਾ ਆਰੰਭ ਕਰੀਏ। ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਆਪਣੇ ਸਤਿਗੁਰਾਂ, ਆਪਣੇ ਰਹਿਬਰਾਂ, ਆਪਣੇ ਮਹਾਂਪੁਰਖਾਂ ਨੂੰ ਹੋਈਏ ਨਤਮਸਤਕ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਪਿਆਰੇ ਦੇਸ਼ ਵਾਸੀਓ, ਜਦੋਂ ਅਸੀਂ ਆਪਣੇ ਦੇਸ਼ ਦੀ ਗੱਲ ਕਰਦੇ ਹਾਂ, ਸਾਡੇ ਦੇਸ਼ ਦੀ ਗੱਲ ਕਰਦੇ ਹਾਂ, ਸਾਡੇ ਦੇਸ਼ ਦਾ ਇੱਕ ਬਹੁਤ ਹੀ ਹਰਮਨ ਪਿਆਰਾ ਝੰਡਾ ਹੈ, ਜਿਸ ਨੂੰ ਅਸੀਂ ਤਿਰੰਗਾ ਕਹਿੰਦੇ ਹਾਂ। ਭਾਵੇਂ ਕਿ ਤਿਰੰਗੇ ਵਿੱਚ 4 ਰੰਗ ਨੇ, ਇਹਨਾਂ 4 ਰੰਗਾਂ ਦਾ ਵੀ ਬਹੁਤ ਵੱਡਾ ਸਾਨੂੰ ਇੱਕ ਸੰਦੇਸ਼ ਹੈ ਪੂਰੇ ਭਾਰਤ ਵਾਸੀਆਂ ਨੂੰ, ਜੋ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਪਹਿਲੇ ਨੰਬਰ 'ਤੇ ਜਿਹੜਾ ਰੰਗ ਆਉਂਦਾ ਹੈ ਉਹ ਕੇਸਰੀ ਰੰਗ ਆਉਂਦਾ, ਜਿਹਨੂੰ ਆਪਾਂ ਸੰਤਰੀ ਵੀ ਕਹਿ ਦਿੰਦੇ ਹਾਂ। ਉਸ ਰੰਗ ਦਾ ਮਤਲਬ ਹੈ ਕਿ ਭਾਰਤ ਦਾ ਹਰ ਇੱਕ ਨਾਗਰਿਕ ਜੋ ਇਸ ਦੇਸ਼ ਦੇ ਵਿੱਚ ਰਹਿ ਰਿਹਾ ਹੈ, ਉਹ ਦੇਸ਼ ਪ੍ਰਤੀ ਤਿਆਗ ਦੀ ਭਾਵਨਾ ਅਤੇ ਬਲੀਦਾਨ ਦੀ ਭਾਵਨਾ ਰੱਖੇ। ਦੂਸਰੇ ਨੰਬਰ 'ਤੇ ਚਿੱਟਾ ਰੰਗ ਆ ਜਾਂਦਾ, ਜੋ ਇਹ ਦਰਸਾ ਰਿਹਾ ਹੈ, ਸੰਦੇਸ਼ ਦੇ ਰਿਹਾ ਹੈ ਕਿ ਇਸ ਦੇਸ਼ ਦੇ ਵਿੱਚ ਭਾਰਤ ਦੇ ਲੋਕ, ਭਾਰਤ ਦੇ ਨਾਗਰਿਕ ਬਿਲਕੁਲ ਸ਼ਾਂਤੀ ਬਣਾ ਕੇ ਰੱਖਣ, ਏਕਤਾ ਬਣਾ ਕੇ ਰੱਖਣ। ਤੀਜੇ ਨੰਬਰ 'ਤੇ ਹਰਾ ਰੰਗ ਆ ਜਾਂਦਾ ਹੈ, ਜੋ ਇਹ ਦਰਸਾਉਂਦਾ ਹੈ ਕਿ ਦੇਸ਼ ਦੇ ਵਿੱਚ ਹਰ ਥਾਂ ਹਰਿਆਲੀ ਹੋਵੇ, ਭਾਵ ਖੁਸ਼ਹਾਲੀ ਹੋਵੇ। ਅਤੇ ਜਿਹੜਾ ਚੌਥਾ ਰੰਗ ਹੈ ਉਹ ਨੀਲਾ ਹੈ, ਜੋ ਤੁਸੀਂ ਅਸ਼ੋਕ ਚੱਕਰ ਦੇ ਰੂਪ ਵਿੱਚ ਦੇਖਦੇ ਹੋ। ਅੱਜ ਆਪਾਂ ਅਸ਼ੋਕ ਚੱਕਰ ਬਾਰੇ ਗੱਲ ਕਰਾਂਗੇ। ਉਹ ਅਸ਼ੋਕ ਚੱਕਰ ਬਹੁਤ ਹੀ ਵਧੀਆ ਸੰਦੇਸ਼ ਅਤੇ ਮਹਾਨ ਸੰਦੇਸ਼ ਦਿੰਦਾ ਹੈ ਭਾਰਤ ਵਾਸੀਆਂ ਨੂੰ, ਜਿਹੜੇ ਇਸ ਭਾਰਤ ਦੇ ਕਿਤੇ ਵੀ ਕਿਸੇ ਵੀ ਕੋਨੇ ਵਿੱਚ ਨਾਗਰਿਕ ਰਹਿ ਰਹੇ ਹਨ। ਸੋ ਜਦੋਂ ਅਸੀਂ ਅਸ਼ੋਕ ਚੱਕਰ ਦਾ ਪੂਰਾ ਇਤਿਹਾਸ ਪੜ੍ਹਾਂਗੇ ਤਾਂ ਲੰਬੇਰਾ ਹੋ ਜਾਏਗਾ। ਅੱਜ ਆਪ ਜੀ ਦੇ ਨਾਲ ਜੋ ਅਸ਼ੋਕ ਚੱਕਰ ਦੇ ਵਿੱਚ ਤੀਲੀਆਂ ਨੇ ਨਾ, ਜਿਵੇਂ ਆਪਾਂ ਇੱਕ ਸਾਈਕਲ ਵੇਖਦੇ ਹਾਂ, ਉਹਦਾ ਟਾਇਰ ਵੇਖਦੇ ਹਾਂ, ਜਾਂ ਜਿਹਨੂੰ ਆਪਾਂ ਚੱਕਾ ਕਹਿ ਦਿੰਦੇ ਹਾਂ, ਉਹਦੇ ਵਿੱਚ ਗੱਜ ਦਿਸਦੇ ਨੇ ਨਾ, ਇਸੇ ਤਰ੍ਹਾਂ ਹੀ ਤੁਹਾਨੂੰ ਅਸ਼ੋਕ ਚੱਕਰ ਜਦੋਂ ਦੇਖੋਗੇ, ਇਹਦੇ ਵਿੱਚ ਇੰਝ ਲੱਗੇਗਾ ਵੀ ਜਿਵੇਂ ਇਹ ਕੋਈ ਚੱਕਾ ਹੈ। ਸੋ ਉਹਦੇ ਵਿੱਚ ਜਿਹੜੀਆਂ ਤੀਲੀਆਂ ਨੇ, ਲਾਈਨਾਂ ਹੈ, ਉਹ 24 ਲਾਈਨਾਂ ਨੇ, 24 ਤੀਲੀਆਂ ਨੇ, ਔਰ 24 ਤੀਲੀਆਂ ਹੀ ਸਾਨੂੰ ਭਾਰਤ ਵਾਸੀਆਂ ਨੂੰ ਬਹੁਤ ਸੋਹਣਾ ਅਤੇ ਬਹੁਤ ਖੂਬਸੂਰਤ ਸੰਦੇਸ਼ ਦੇ ਰਹੀਆਂ ਨੇ ਕਿ ਭਾਰਤ ਦੇ ਨਾਗਰਿਕ ਕੋਲ ਕਿਹੜੇ ਕਿਹੜੇ ਗੁਣ ਹੋਣੇ ਬਹੁਤ ਹੀ ਜ਼ਰੂਰੀ ਨੇ। ਅਸ਼ੋਕ ਚੱਕਰ ਸੰਵਿਧਾਨ ਸਭਾ ਵੱਲੋਂ 1947 ਦੇ ਵਿੱਚ ਪਾਸ ਕੀਤਾ ਗਿਆ। ਜਿਹੜਾ ਪਹਿਲਾਂ ਭਾਰਤ ਦੇ ਝੰਡੇ ਦੇ ਵਿੱਚ ਚਰਖਾ ਸੀ, ਉਸ ਨੂੰ ਹਟਾ ਕੇ ਅਸ਼ੋਕ ਚੱਕਰ ਲਗਾਇਆ ਗਿਆ। ਸੋ ਇਹ ਬਹੁਤ ਲੰਬੇਰਾ ਔਰ ਬਹੁਤ ਵੱਡਾ ਇਤਿਹਾਸ ਹੈ। ਇਸ ਵਿਸ਼ੇ 'ਤੇ ਫੇਰ ਗੱਲਬਾਤ ਕਰਾਂਗੇ। ਆਓ ਆਪਾਂ 24 ਤੀਲੀਆਂ ਨੂੰ ਸਮਝੀਏ ਕਿ ਸਾਨੂੰ 24 ਤੀਲੀਆਂ ਕੀ ਸੰਦੇਸ਼ ਦੇ ਰਹੀਆਂ ਹਨ। ਪਹਿਲੇ ਨੰਬਰ 'ਤੇ ਜਿਹੜੀ ਤੀਲੀ ਹੈ ਉਹ ਸਾਨੂੰ ਸਹਿਜ ਦਾ ਸੰਦੇਸ਼ ਦੇ ਰਹੀ ਹੈ ਕਿ ਭਾਰਤ ਦੇਸ਼ ਦੇ ਲੋਕ ਆਪਣੇ ਆਪ ਦੇ ਵਿੱਚ ਸੰਜਮ ਰੱਖਣ, ਸਹਿਜ ਰੱਖਣ। ਜੇਕਰ ਸਾਡੇ ਜੀਵਨ ਦੇ ਵਿੱਚ ਸਹਿਜ ਅਵਸਥਾ ਹੋਏਗੀ ਤਾਂ ਅਸੀਂ ਜਿਵੇਂ ਜਿਵੇਂ ਆਪਣੀ ਮੰਜ਼ਿਲ ਵੱਲ ਸਹਿਜ ਸਹਿਜ ਆਪਣੀ ਮੰਜ਼ਿਲ ਵੱਧਦੇ ਜਾਵਾਂਗੇ ਤਾਂ ਸਾਨੂੰ ਮੰਜ਼ਿਲ ਪ੍ਰਾਪਤ ਹੋ ਜਾਵੇਗੀ। ਇਹ ਸਾਡੇ ਜੀਵਨ ਦੇ ਵਿੱਚ ਸੰਜਮ, ਸਹਿਜ ਬਹੁਤ ਜ਼ਰੂਰੀ ਹੈ।
ਦੂਜੇ ਨੰਬਰ ਵਾਲੀ ਤੀਲੀ ਕਹਿ ਰਹੀ ਹੈ ਆਰੋਗ ਜੀਵਨ। ਸਾਡੇ ਭਾਰਤ ਦੇਸ਼ ਦੇ ਲੋਕ ਬਿਲਕੁਲ ਆਰੋਗ ਹੋਣ, ਬਿਮਾਰੀਆਂ ਤੋਂ ਮੁਕਤ ਹੋਣ। ਸਾਡੇ ਦੇਸ਼ ਵਿੱਚ ਜਿੰਨੇ ਵੀ ਨਾਗਰਿਕ ਨੇ ਸਾਰੇ ਬਿਲਕੁਲ ਆਪਣਾ ਜੀਵਨ ਵਧੀਆ ਸੋਹਣੇ ਤਰੀਕੇ ਨਾਲ ਜਿਉਣ ਔਰ ਬਿਮਾਰੀਆਂ ਤੋਂ ਰਹਿਤ ਰਹਿਣ। ਸੋ ਅਗਲੀ ਜਿਹੜੀ ਤੀਜੀ ਤੀਲੀ ਹੈ ਉਹ ਸ਼ਾਂਤੀ ਦੱਸ ਰਹੀ ਹੈ ਕਿ ਸਾਡੇ ਦੇਸ਼ ਵਿੱਚ ਭਾਰਤ ਦੇ ਲੋਕ ਆਪਸ ਵਿੱਚ ਸ਼ਾਂਤੀ ਬਣਾ ਕੇ ਰੱਖਣ। ਕੋਈ ਦੰਗਾ ਫਸਾਦ, ਕੋਈ ਲੜਾਈ ਝਗੜਾ, ਕੋਈ ਆਪਸ ਦੇ ਵਿੱਚ ਵੈਰ ਵਿਰੋਧ ਨਫ਼ਰਤ ਨਾ ਰੱਖਣ। ਇਹ ਭਾਰਤੀ ਸੰਵਿਧਾਨ ਦੇ ਅਸ਼ੋਕ ਚੱਕਰ ਦੀ ਤੀਸਰੀ ਤੀਲੀ ਸਾਨੂੰ ਸੰਦੇਸ਼ ਦੇ ਰਹੀ ਹੈ। ਅੱਗੇ ਚੌਥੀ ਤੀਲੀ ਤਿਆਗ। ਸਾਡੇ ਜੀਵਨ ਵਿੱਚ ਹਰ ਇੱਕ ਭਾਰਤ ਦੇ ਨਾਗਰਿਕ ਵਿੱਚ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ। ਉਹ ਭੈੜੇ ਕੰਮਾਂ ਦਾ, ਭੈੜੇ ਵਿਕਾਰਾਂ ਨੂੰ ਤਿਆਗੇ ਅਤੇ ਜੋ ਉਹਦੇ ਮਨ ਵਿੱਚ, ਦਿਲ ਵਿੱਚ ਕਿਸੇ ਪ੍ਰਤੀ ਵੀ ਨਫ਼ਰਤ ਹੈ ਉਹਦਾ ਤਿਆਗ ਕਰੇ। ਜੇਕਰ ਤਿਆਗ ਕਰਨਾ ਹੈ ਤਾਂ ਆਪਣੇ ਜੀਵਨ ਦਾ ਤਿਆਗ ਕਰੇ। ਜਿਹੜਾ ਜੀਵਨ ਮਾੜੇ ਕਰਮਾਂ ਦੇ ਲੇਖੇ ਲਾਉਣਾ ਇੱਧਰੋਂ ਹਟਾ ਕੇ ਚੰਗੇ ਪਾਸੇ ਲਗਾਵੇ। ਤਿਆਗ ਦੀ ਭਾਵਨਾ, ਦੇਸ਼ ਲਈ ਤਿਆਗ ਦੀ ਭਾਵਨਾ ਹੋਵੇ। ਹਰ ਵਾਰ, ਹਰ ਵਕਤ, ਹਰ ਵੇਲੇ ਅਸੀਂ ਦੇਸ਼ ਨੂੰ ਸਮਰਪਿਤ ਰਹੀਏ। ਇਹ ਆ ਤਿਆਗ ਜੋ ਸਾਡੇ ਜੀਵਨ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਹੈ। ਅੱਗੇ ਪੰਜਵੇਂ ਨੰਬਰ 'ਤੇ ਸ਼ੀਲ, ਜਿਹਨੂੰ ਸੁਭਾਅ ਆਖ ਦਿੰਦੇ ਹਾਂ। ਤੀਸਰੀ ਤੀਲੀ ਕਹਿੰਦੀ ਹੈ, ਪੰਜਵੀਂ ਤੀਲੀ ਆਖ ਰਹੀ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਮਿੱਠਾ ਸੁਭਾਅ ਹੋਣਾ ਚਾਹੀਦਾ, ਵਧੀਆ ਸੁਭਾਅ ਹੋਣਾ ਚਾਹੀਦਾ, ਨਿਮਰਤਾ ਵਾਲਾ ਸੁਭਾਅ ਹੋਣਾ ਚਾਹੀਦਾ, ਜਿਹਦੇ ਨਾਲ ਆਪਸ ਦੇ ਵਿੱਚ ਪ੍ਰੇਮ ਬਣਿਆ ਰਹੇ। ਅੱਗੇ ਛੇਵੀਂ ਤੀਲੀ ਆਖ ਰਹੀ ਹੈ ਸੇਵਾ। ਸਾਡੇ ਜੀਵਨ ਵਿੱਚ ਦੇਸ਼ ਪ੍ਰਤੀ, ਸਮਾਜ ਪ੍ਰਤੀ, ਨਾਗਰਿਕਾਂ ਪ੍ਰਤੀ, ਸੰਵਿਧਾਨ ਪ੍ਰਤੀ ਸੇਵਾ ਭਾਵਨਾ ਹੋਵੇ ਸਾਡੇ ਦਿਲ ਵਿੱਚ, ਤਾਂ ਜੋ ਅਸੀਂ ਆਪਣੇ ਦੇਸ਼ ਨੂੰ ਸੋਹਣਾ, ਸਵਸਥ, ਵਧੀਆ ਬਣਾਉਣ ਲਈ ਆਪਣਾ ਵੀ ਯੋਗਦਾਨ ਪਾ ਸਕੀਏ। ਉਹ ਯੋਗਦਾਨ ਪਾਉਣ ਤੋਂ ਪਹਿਲਾਂ ਸਾਡੇ ਅੰਦਰ ਸੇਵਾ ਭਾਵਨਾ ਹੋਣੀ ਬਹੁਤ ਹੀ ਜ਼ਰੂਰੀ ਹੈ ਅਤੇ ਅਸੀਂ ਦੇਸ਼ ਕੌਮ ਲਈ ਸੇਵਾ ਕਰ ਸਕੀਏ। ਸੱਤਵੀਂ ਤੀਲੀ ਜਿਹੜੀ ਸਾਨੂੰ ਸੰਦੇਸ਼ ਦੇ ਰਹੀ ਹੈ ਉਹ ਇਹ ਹੈ ਕਿ क्षमा, ਮੁਆਫੀ। ਸਾਡੇ ਜੀਵਨ ਵਿੱਚ ਜੇਕਰ ਸਾਡੇ ਕੋਲੋਂ ਕੋਈ ਗਲਤੀ ਹੋ ਜਾਵੇ, ਭਾਵੇਂ ਆਮ ਨਾਗਰਿਕ ਲਈ ਜਾਂ ਦੇਸ਼ ਲਈ, ਤਾਂ ਸਾਨੂੰ ਮੁਆਫੀ ਮੰਗ ਲੈਣੀ ਚਾਹੀਦੀ ਹੈ। ਸਾਡੇ ਵਿੱਚ ਮੁਆਫੀ ਵਾਲਾ ਗੁਣ ਹੋਣਾ ਚਾਹੀਦਾ ਹੈ। ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਨੇ। ਜੇ ਗਲਤੀ ਹੋ ਜਾਵੇ ਤਾਂ ਮਾਫੀ ਮੰਗਣਾ ਸਾਡਾ ਫਰਜ਼ ਹੈ ਅਤੇ ਮਾਫੀ ਮੰਗਣ ਵਾਲਾ ਵੱਡਾ ਹੋ ਜਾਂਦਾ ਅਤੇ ਉੱਧਰੋਂ ਜਿਹੜਾ ਮਾਫੀ ਦੇ ਦੇਵੇ ਉਹ ਉਸ ਤੋਂ ਵੱਡਾ ਹੋ ਜਾਂਦਾ। ਅਤੇ ਅਸੀਂ ਮਾਫੀ ਵਾਲੀ ਭਾਵਨਾ ਰੱਖਣੀ ਆ। ਜੇਕਰ ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਗਲਤੀ ਹੋ ਜਾਵੇ, ਜਾਣ ਬੁੱਝ ਕੇ ਗਲਤੀ ਨਹੀਂ ਕਰਨੀ। ਉਹ ਕਹਿੰਦੇ ਹੁੰਦੇ ਆ ਨਾ, ਪੱਥਰ ਤੋਂ ਠੋਕਰ ਖਾਣੀ ਮਾੜੀ ਗੱਲ ਨਹੀਂ, ਪਰ ਇੱਕ ਪੱਥਰ ਤੋਂ ਵਾਰ-ਵਾਰ ਠੋਕਰ ਖਾਣੀ ਮਾੜੀ ਗੱਲ ਹੈ। ਇਸੇ ਤਰ੍ਹਾਂ ਮਾਫੀ ਮੰਗਣੀ ਮਾੜੀ ਗੱਲ ਨਹੀਂ, ਪਰ ਉਹੀ ਗਲਤੀ ਵਾਰ-ਵਾਰ ਦੁਹਰਾ ਕੇ ਮਾਫੀ ਮੰਗਣਾ ਇਹ ਬਹੁਤ ਵੱਡੀ ਗਲਤੀ ਹੈ। ਇਸ ਕਰਕੇ ਸਾਨੂੰ ਜਾਣੇ ਅਣਜਾਣੇ ਵਿੱਚ ਹੋਈ ਭੁੱਲ ਚੁੱਕ ਦੀ ਦੇਸ਼ ਤੋਂ, ਦੇਸ਼ ਦੇ ਨਾਗਰਿਕਾਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਅੱਠਵੀਂ ਤੀਲੀ ਪਿਆਰ ਦਾ, ਪ੍ਰੇਮ ਦਾ ਸੰਦੇਸ਼ ਦੇ ਰਹੀ ਹੈ ਕਿ ਦੇਸ਼ ਹੈ ਜਿਹੜਾ ਉਹ ਇੱਕ ਪਰਿਵਾਰ ਹੈ। ਉਸ ਪ੍ਰਤੀ ਆਪਣਾ ਪਿਆਰ ਬਣਾ ਕੇ ਰੱਖਣਾ ਬਹੁਤ ਹੀ ਜ਼ਰੂਰੀ ਹੈ। ਜਿੰਨੇ ਵੀ ਧਰਮ ਨੇ, ਇਹ ਸਾਰੇ ਧਰਮ ਇੱਕੋ ਹੀ ਸੰਦੇਸ਼ ਦੇ ਰਹੇ ਨੇ ਕਿ ਅਸੀਂ ਸਾਰੇ ਬਰਾਬਰ ਹਾਂ, ਇੱਕ ਹਾਂ। ਪਰ ਫਿਰ ਵੀ ਅਸੀਂ ਇਹਨਾਂ ਧਰਮਾਂ ਦੀਆਂ ਧੱਜੀਆਂ ਤਾਂ ਉਡਾਉਂਦੇ ਹਾਂ ਅਤੇ ਅਸੀਂ ਉਹ ਨਿਯਮਾਂ ਦੀਆਂ ਵੀ ਧੱਜੀਆਂ ਉਡਾ ਦਿੰਦੇ ਹਾਂ ਜਿਹੜੇ ਸੰਵਿਧਾਨ ਨੇ ਸਾਨੂੰ ਦਿੱਤੇ ਨੇ ਕਿ ਆਪਸ ਦੇ ਵਿੱਚ ਕੋਈ ਵੈਰ ਭਾਵਨਾ, ਨਫ਼ਰਤ ਨਹੀਂ ਰੱਖਣੀ, ਪਿਆਰ ਹੋਣਾ ਚਾਹੀਦਾ, ਪ੍ਰੇਮ ਹੋਣਾ ਚਾਹੀਦਾ, ਕਿਉਂਕਿ ਅਸੀਂ ਸਾਰੇ ਧਰਮੀਆਂ ਤੋਂ ਪਹਿਲਾਂ ਇਨਸਾਨ ਹਾਂ।
इस करके साडे विच प्रेम का होना, प्यार का होना बहुत जरूरी है। अगे मित्रता, जिन्हों मैत्री कह दिंदे आ। देश नूं असी अपना मित्र मन के चलीए। देश तो भाव देश के नागरिक, जिन्ने भी देश के नागरिक ने साडे अपने ने, साडा परिवार है, साडे मित्र ने। ये सानू 9वीं तीली जो अशोक चक्कर दी है वो दस रही है कि 10वीं तीली विच बंधुता दस्या गया, प्यार, देश विच प्यार नूं वधाउणा, लोकां दे प्रति अपना एक बंधुत्व कायम करना। अगे 11वीं तीली आख रही है एकता। सानू सारियां नूं, हिंदू, मुस्लिम, सिख, ईसाई, जैनी, बोधी, पारसी, जिन्ने भी धर्म ने, सारियां नूं आपस दे विच एकता बना के रखनी चाहिदी है। अगे 12वीं तीली कल्याण बारे दस रही है कि कल्याण नूं असीं भला भी आख दिंने आ। देश समाज के कारजां लई सानू भला करना चाहिदा है। जिथे तक हो सके सानू उन्हां लोकां प्रति भले की भावना रखनी चाहिए है जिहड़े अजे भी गरीबी की रेखा दे विच जिउं रहे ने, अनपढ़ता की रेखा विच जिउं रहे ने। सानू उन्हां दा भला करना चाहिए, वो भी देश का हिस्सा ने। 13वीं तीली आख रही है विकास, समृद्धि, जिन्हों आख दिंने आ। देश साडा अपना देश है, इसलिए सानू देश के विकास विच योगदान पाउणा चाहिए है। जिन्ना हो सके कोई डॉक्टरी तौर पर पा सकता, कोई विग्यानक तौर पर पा सकता, कोई ज्ञान तौर पर, अध्यापक साहबान तौर पर पा सकता। किसी भी तरीके नाल वो अपना इस देश के विकास को लैके अपना योगदान जरूर पावे। उस तो बाद आ जाता उद्योग, जिमें फैक्ट्रियां, कारखाने, नौकरियां, रोजगार, जिथों रोजगार पैदा होंदा, वो सारे अदारे जो भारत देश विच ने उन्हां नूं वधण फुੱਲਣ दे लई उन्हां दा सहयोग करना चाहिए। भाव उत्थे सानू देश नूं मुख रखदिआं होइआं एक बड़ा उद्योग खड़ा करना चाहिए है कि साडा देश हर वक्त हर वेले तरक्की करे तो सारे लोगों नूं कोई ना कोई रोज़गार जरूर मिले। भाव कोई साडे देश का नागरिक बेरोजगार ना होवे, रोटी तो भुखा ना सौवे। पर इत्थे उद्योग का निजीकरण हो रहा, सरकारी अदारियां का बहुत बड़े तौर पर निजीकरण हो रहा, जिहदा सानू बहुत बड़ा आने वाले समय में घाटा पेगा। क्योंकि निजीकरण करन वालियां ने अते जिहड़े निजीकरण करना चाहुंदे ने उन्होंने अपनी मर्जी ने नाल साडे लोकां नूं वेतन देना, तनख्वाह देनी। हो सकदा वो घट तो घट भी कर देण जां उन्हां दे जीवन दे लई जो माड़ी मोटी निर्वाह रखदी है उन्ना वेतन देण। सो ये पॉइंट नूं भी, ये गल नूं भी सानू समझना चाहिए है। निज़म, अगे 15वीं तीली निज़म बारे दस रही है कि जिंदगी दे विच सानू असूल अपनाने चाहिए ने, निज़म बनाने चाहिए ने, जिहड़े साडे निज़म साडी जिंदगी का उधार करते होण, निर्वाह करते होण, मुक्ति दिवाउंदे होण, जिउंदे जी। और देश के प्रति असी जो देश के निज़म ने जो भारतीय संविधान के विच दर्ज ने उन्हां अनुसार सानू चलना चाहिए है। बराबरता, अशोक चक्कर की जिहड़ी 16वीं तीली है वो सानू सारिਆਂ ਨੂੰ संदेश दे रही है कि असी सारे एक हाँ। जिवें गुरु साहिबान आखते हैं ना, अवल अल्लाह नूर पाया कुदरत के सब बंदे, एक नूर ते सब जग उपजिया कौन भले को मंदे, एक पिता एक के हम बारिक तू मेरा गुरहाई। असी सारे एक हाँ, तो सारे जदों एक हाँ तो सारे सानू बराबर दिसने चाहिए ने, तो असी बराबर सारिਆਂ ਨੂੰ मन्नीए। इस करके असी सारे लोगों को समाजिक तौर पर, आर्थिक तौर पर, राजनीतिक तौर पर, हर एक तौर पर बराबर का मन के सत्कार करिए। अर्थ का मतलब हुंदा पैसा, धन, दौलत। देश लई अपने लिए पैसा कमाउणा अते पैसे का सदा सद उपयोग करना, ये सानू 17वीं तीली दस रही है। अगे 18वीं तीली विच नीति दसी आ कि देश लई नवीं तो नवीं नीति बनाई जाए
ਜਿਹੜੀ ਸਾਡਾ ਤੇ ਸਾਡੇ ਦੇਸ਼ ਦਾ ਵਿਕਾਸ ਕਰਦੀ ਹੋਵੇ ਤੇ ਸਾਡਾ ਵੀ ਭਲਾ ਕਰਦੀ ਹੋਵੇ, ਸਮਾਜ ਦਾ ਵੀ ਭਲਾ ਕਰਦੀ ਹੋਵੇ, ਐਸੇ ਸਾਨੂੰ ਆਪਣੇ ਜੀਵਨ ਦੇ ਵਿੱਚ ਕੰਮ ਕਰਨੇ ਚਾਹੀਦੇ ਨੇ, ਨੀਤੀਆਂ ਬਣਾਉਣੀਆਂ ਚਾਹੀਦੀਆਂ ਨੇ। ਅੱਗੇ ਸਹਿਕਾਰਜ, ਜਿਹਨੂੰ ਸੋਹਣਾ ਕਾਰਜ ਕਹਿ ਸਕਦੇ ਹਾਂ ਆਪਾਂ, 19ਵੀਂ ਤੀਲੀ ਦੇ ਵਿੱਚ ਇਹ ਦੱਸਿਆ ਗਿਆ ਕਿ ਆਪਣੇ ਜੀਵਨ ਲਈ, ਆਪਣੇ ਦੇਸ਼ ਲਈ ਸੋਹਣੇ ਤੋਂ ਸੋਹਣਾ ਕਾਰਜ ਸਾਨੂੰ ਕਰਨਾ ਚਾਹੀਦਾ ਹੈ, ਜਿਹਨੂੰ ਅਸੀਂ ਸਹਿਕਾਰਿਆ ਕਹਿੰਦੇ ਹਾਂ। ਅੱਗੇ 20ਵੀਂ ਤੀਲੀ ਦੇ ਵਿੱਚ ਨਿਆਂ ਦੀ ਗੱਲ ਕੀਤੀ ਗਈ ਹੈ, ਜਸਟਿਸ। ਭਾਰਤ ਦੇ ਸਾਰੇ ਲੋਕਾਂ ਲਈ ਬਰਾਬਰ ਦਾ ਨਿਆਂ ਮਿਲਣਾ ਚਾਹੀਦਾ ਹੈ, ਜੋ ਭਾਰਤੀ ਸੰਵਿਧਾਨ ਵਿੱਚ ਦਰਜ ਕੀਤਾ ਹੋਇਆ ਹੈ। ਇੱਥੇ ਮੈਂ ਇੱਕ ਛੋਟੀ ਜਿਹੀ ਬੇਨਤੀ ਇਹ ਕਰਾਂਗਾ, ਜਿਨ੍ਹਾਂ ਨੇ ਭਾਰਤੀ ਸੰਵਿਧਾਨ ਪੰਜਾਬੀ ਦੇ ਵਿੱਚ ਪੜ੍ਹਨਾ ਹੈ, ਸਮਝਣਾ ਹੈ, ਉਹ ਗੁਰਪ੍ਰੀਤ ਸਿੰਘ ਸ਼ਿਮਲਾਪੁਰੀ ਪੇਜ 'ਤੇ ਜਾ ਕੇ ਭਾਰਤੀ ਸੰਵਿਧਾਨ ਨੂੰ ਪੰਜਾਬੀ ਦੇ ਵਿੱਚ ਪੜ੍ਹ ਸੁਣ ਸਕਦੇ ਨੇ। ਆਪ ਜੀ ਦੇ ਨਾਲ ਦਾਸ ਵੱਲੋਂ, ਮੇਰੇ ਵੱਲੋਂ ਭਾਰਤੀ ਸੰਵਿਧਾਨ ਦੀ ਜੋ ਲੜੀਵਾਰ ਵਿਚਾਰ ਹੈ, ਜਿੰਨੀ ਕੋ ਮੈਨੂੰ ਸਮਝ ਹੈ, ਕੀਤੀ ਜਾ ਰਹੀ ਹੈ। ਸੋ ਇਹ ਵੀ ਬੇਨਤੀ ਹੈ, ਜਿਹੜੇ ਭਾਰਤੀ ਸੰਵਿਧਾਨ ਪੜ੍ਹਨਾ ਜਾਣਦੇ ਨੇ ਜਾਂ ਸਮਝਣਾ ਚਾਹੁੰਦੇ ਨੇ, ਉਹ ਭਾਰਤੀ ਸੰਵਿਧਾਨ ਨੂੰ ਪੜ੍ਹਨ ਅਤੇ ਸਮਝਣ। ਜਿਹੜੇ ਪੜ੍ਹੇ ਲਿਖੇ ਨਹੀਂ, ਜਿਹੜੇ ਸਿਰਫ ਸੁਣ ਸਕਦੇ ਨੇ, ਉਹ YouTube 'ਤੇ ਜਾ ਕੇ ਗੁਰਪ੍ਰੀਤ ਸਿੰਘ ਸ਼ਿਮਲਾਪੁਰੀ ਭਰ ਕੇ ਤੁਸੀਂ ਭਾਰਤੀ ਸੰਵਿਧਾਨ ਸਿੱਖ ਸਕਦੇ ਹੋ, ਜਿਹਦੇ ਵਿੱਚ ਸਾਡੇ ਹੱਕਾਂ ਅਧਿਕਾਰਾਂ ਦੀ ਗੱਲਬਾਤ ਕੀਤੀ ਗਈ ਹੈ। ਸੋ 20ਵੀਂ ਤੀਲੀ ਨੇ ਸਾਨੂੰ ਨਿਆਂ ਦੀ ਗੱਲ ਦੱਸੀ ਹੈ ਵੀ ਸਾਨੂੰ ਸਾਰਿਆਂ ਨੂੰ ਨਿਆਂ ਮਿਲਣਾ ਚਾਹੀਦਾ ਹੈ, ਜਸਟਿਸ ਮਿਲਣਾ ਚਾਹੀਦਾ ਹੈ। ਸਾਡੇ ਵਿੱਚ ਵੀ ਦੇਸ਼ ਪ੍ਰਤੀ ਨਿਆਂ ਦੀ ਭਾਵਨਾ ਹੋਵੇ ਕਿ ਅਸੀਂ ਭਾਰਤ ਦੇ ਹਰ ਇੱਕ ਨਾਗਰਿਕ ਨਾਲ ਨਿਆਂ ਕਰੀਏ, ਜਸਟਿਸ ਕਰੀਏ। ਅੱਗੇ 21ਵੀਂ ਤੀਲੀ ਅਧਿਕਾਰ। ਅਸੀਂ ਆਪਣੇ ਅਧਿਕਾਰਾਂ ਨੂੰ ਪਹਿਲਾਂ ਪਹਿਚਾਣੀਏ ਵੀ ਸਾਡੇ ਅਧਿਕਾਰ ਕਿਹੜੇ ਨੇ, ਫਿਰ ਅਸੀਂ ਦੇਖੀਏ ਵੀ ਅਧਿਕਾਰ ਲਿਖੇ ਕਿੱਥੇ ਹੋਏ ਨੇ। ਸਾਡੇ ਅਧਿਕਾਰ ਭਾਰਤੀ ਸੰਵਿਧਾਨ ਵਿੱਚ ਵੀ ਲਿਖੇ ਹੋਏ ਨੇ। ਸਿਰਫ ਅਤੇ ਸਿਰਫ ਸਾਡੇ ਅਧਿਕਾਰ ਭਾਰਤੀ ਸੰਵਿਧਾਨ ਵਿੱਚ ਦਰਜ ਨੇ, ਜੋ ਕਾਨੂੰਨੀ ਰੂਪ 'ਤੇ ਸਾਡੇ ਉੱਤੇ ਲਾਗੂ ਕੀਤੇ ਹੋਏ ਨੇ। ਜੇ ਸਾਨੂੰ ਉਹਨਾਂ ਅਧਿਕਾਰਾਂ ਦਾ ਨਹੀਂ ਪਤਾ, ਕਿਰਪਾ ਕਰਕੇ ਉਹ ਵੀਡੀਓ ਜਾ ਕੇ ਜ਼ਰੂਰ ਸੁਣਨਾ, ਜੋ ਮੈਂ ਆਪ ਜੀ ਨੂੰ ਪੇਜ ਦੱਸਿਆ ਹੈ। ਫਿਰ ਤੁਹਾਨੂੰ ਤੁਹਾਡੇ ਮੂਲ ਅਧਿਕਾਰਾਂ ਬਾਰੇ, ਫਰਜ਼ਾਂ ਬਾਰੇ ਪਤਾ ਲੱਗ ਜਾਏਗਾ ਅਤੇ ਸਾਡੇ ਅਧਿਕਾਰਾਂ ਨੂੰ ਕੋਈ ਖਤਮ ਨਾ ਕਰ ਸਕੇ, ਸਾਨੂੰ ਕੋਈ ਗੁਲਾਮ ਨਾ ਬਣਾ ਸਕੇ, ਇਸ ਬਾਰੇ ਵੀ ਆਪ ਜੀ ਨੂੰ ਜਾਣਕਾਰੀ ਮਿਲ ਜਾਏਗੀ। ਸੋ ਇਹ ਜੋ ਅਸ਼ੋਕ ਚੱਕਰ ਦੀ 21ਵੀਂ ਤੀਲੀ ਹੈ, ਇਹ ਸਾਨੂੰ ਸਮਝਾ ਰਹੀ ਹੈ ਕਿ ਅਧਿਕਾਰਾਂ ਦਾ ਦੁਰਉਪਯੋਗ ਨਾ ਕਰੀਏ, ਦੇਸ਼ ਪ੍ਰਤੀ ਆਪਣੇ ਅਧਿਕਾਰਾਂ ਦਾ ਸਦਉਪਯੋਗ ਕਰੀਏ, ਤਾਂ ਜੋ ਹਰ ਇੱਕ ਨੂੰ ਆਪਣੇ ਅਧਿਕਾਰ ਮਾਨਣ ਦਾ ਇਹ ਮੌਕਾ ਪ੍ਰਾਪਤ ਹੋਵੇ। ਸੋ ਅੱਗੇ 22ਵੀਂ ਤੀਲੀ ਦੇ ਵਿੱਚ ਕਰਤੱਵ ਦੱਸੇ ਨੇ, ਆਪਣੇ ਫਰਜ਼ ਦੱਸੇ ਨੇ ਵੀ ਜਿਹੜੇ ਜਿਹੜੇ ਸਾਡੇ ਮਨੁੱਖ ਹੋਣ ਦੇ, ਇਸ ਦੇਸ਼ ਦੇ ਨਾਗਰਿਕ ਹੋਣ ਦੇ ਫਰਜ਼ ਬਣਦੇ ਨੇ, ਉਹਨਾਂ ਫਰਜ਼ਾਂ ਨੂੰ ਪਛਾਣੀਏ। ਇਸ ਕਰਕੇ ਜਿੰਨਾ ਤੱਕ ਸਾਨੂੰ ਸਾਡੇ ਫਰਜ਼ਾਂ ਦਾ ਨਹੀਂ ਪਤਾ ਹੋਏਗਾ, ਅਸੀਂ ਇਹਨਾਂ ਦੀ ਉਲੰਘਣਾ ਕਰਾਂਗੇ। ਇਸ ਕਰਕੇ ਭਾਰਤੀ ਸੰਵਿਧਾਨ ਦੇ ਅਧਿਆਇ ਨੰਬਰ 4 ਭਾਗ ਊੜੇ ਵਿੱਚ ਮੈਂ ਆਪ ਜੀ ਦੇ ਨਾਲ ਜੋ ਭਾਰਤੀ ਸੰਵਿਧਾਨ ਦੇ ਦੇਸ਼ ਦੇ ਮੂਲ ਫਰਜ਼ ਨੇ, ਜਿਸ ਦੇ 11 ਪੁਆਇੰਟ ਨੇ, ਉਹਨਾਂ ਦੀ ਵਿਚਾਰ ਵੀ ਕੀਤੀ ਹੈ। ਉਹ ਵੀ ਤੁਸੀਂ YouTube 'ਤੇ ਸੁਣ ਸਕਦੇ ਹੋ। ਅੱਗੇ ਸੁਰੱਖਿਅਤਾ, ਦੇਸ਼ ਦੀ ਸੁਰੱਖਿਆ ਲਈ ਤਿਆਰ ਰਹਿਣਾ। ਅਸੀਂ ਆਪਣੀ ਸੁਰੱਖਿਆ ਤਾਂ ਕਰਨੀ ਆ, ਪਰ ਅਸ਼ੋਕ ਚੱਕਰ ਦੀ ਤੀਲੀ ਆਖ ਰਹੀ ਹੈ ਕਿ ਅਸੀਂ ਦੇਸ਼ ਦੀ ਸੁਰੱਖਿਆ ਲਈ ਹਰ ਵਕਤ ਹਾਜ਼ਰ ਨਾਜ਼ਰ ਰਹਿਣਾ ਹੈ। ਜਿਵੇਂ ਸਾਡੇ ਮਾਣਯੋਗ ਫੌਜੀ ਸਾਹਿਬਾਨ, ਮਾਣਯੋਗ ਪੁਲਿਸ ਸਾਡੇ ਦੇਸ਼ ਦੇ ਜੋ ਸੁਰੱਖਿਆ ਕਰ ਰਹੇ ਨੇ, ਫੌਜੀ ਵੀਰ ਭੈਣ ਭਰਾ, ਅਤੇ ਸਾਡੇ ਸਟੇਟਾਂ ਦੀ ਜੋ ਰੱਖਿਆ ਕਰ ਰਹੇ ਨੇ ਪੁਲਿਸ, ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ ਜਿੱਥੇ ਤੱਕ ਹੋ ਸਕੇ। ਔਰ ਦੇਸ਼ ਦੇ ਸੁਰੱਖਿਆ ਲਈ ਸਾਨੂੰ ਹਰ ਵਕਤ ਹਾਜ਼ਰ ਨਾਜ਼ਰ ਰਹਿਣਾ ਚਾਹੀਦਾ ਹੈ। ਅੱਗੇ 24ਵੀਂ ਤੀਲੀ ਜੋ ਅਖੀਰਲੀ ਤੀਲੀ ਹੈ ਅਸ਼ੋਕ ਚੱਕਰ ਦੀ, ਉਹ ਇਹ ਦਰਸਾ ਰਹੀ ਹੈ, ਇਹ ਕਹਿ ਰਹੀ ਹੈ ਕਿ ਬੁੱਧੀ ਸਤਾ, ਬੌਧਿਕ ਵਿਕਾਸ, ਸਾਨੂੰ ਆਪਣਾ ਬੌਧਿਕ ਵਿਕਾਸ, ਮਾਨਸਿਕ ਵਿਕਾਸ ਕਰਨਾ ਚਾਹੀਦਾ ਹੈ। ਮਾਨਸਿਕ ਵਿਕਾਸ ਜਿਹੜਾ ਹੋਣਾ ਉਹ ਗਿਆਨ ਦੇ ਤੌਰ 'ਤੇ ਹੋਣਾ। ਸਰੀਰਕ ਵਿਕਾਸ ਤੁਹਾਡਾ ਤਾਂ ਹੀ ਹੋਏਗਾ ਜੇਕਰ ਤੁਹਾਡਾ ਮਾਨਸਿਕ ਵਿਕਾਸ ਹੋਏਗਾ। ਭਾਰਤੀ ਸੰਵਿਧਾਨ ਨੇ ਤੁਹਾਡਾ ਮਾਨਸਿਕ ਔਰ ਸਰੀਰਕ ਵਿਕਾਸ ਕਰਨ ਲਈ ਤੁਹਾਡੇ ਲਈ ਬਹੁਤ ਸਾਰੇ ਭਾਰਤ ਦੇ ਹਰ ਖੇਤਰ ਦੇ ਵਿੱਚ ਹਰ ਅਦਾਰੇ ਖੋਲ੍ਹ ਦਿੱਤੇ ਗਏ ਹਨ। ਤੁਸੀਂ ਭਾਰਤੀ ਸੰਵਿਧਾਨ ਨੂੰ ਖੁਦ ਪੜ੍ਹੋ, ਖੁਦ ਸਮਝੋ, ਅਤੇ ਤੁਹਾਨੂੰ ਤੁਹਾਡੇ ਅਧਿਕਾਰਾਂ ਦਾ
ਤੁਹਾਡੇ ਜੋ ਤੁਹਾਡਾ ਬੌਧਿਕ ਮੂਲ ਹੈ ਉਹਦਾ ਪਤਾ ਲੱਗ ਜਾਏਗਾ ਅਤੇ ਤੁਸੀਂ ਆਪਣੇ ਆਪ ਨੂੰ, ਆਪਣੇ ਦੇਸ਼ ਨੂੰ ਡਿਵੈਲਪਮੈਂਟ ਕਰੋਗੇ, ਅੱਗੇ ਵਧਾ ਸਕੋਗੇ। ਬੌਧਿਕ ਵਿਕਾਸ ਹੋਣਾ ਸਾਡੇ ਜੀਵਨ ਵਿੱਚ ਜ਼ਰੂਰੀ ਹੈ। ਇਸ ਨਾਲ ਸਾਡਾ, ਸਾਡੇ ਪਰਿਵਾਰ ਦਾ, ਸਾਡੇ ਸਮਾਜ ਦਾ, ਸਾਡੇ ਦੇਸ਼ ਦਾ ਅਤੇ ਸਾਡੀ ਦੁਨੀਆ ਦਾ ਬਹੁਤ ਵੱਡਾ ਫਾਇਦਾ ਹੋਵੇਗਾ। ਜਿਹੜੇ ਮਾਣਯੋਗ ਵਿਗਿਆਨੀ ਸਾਹਿਬਾਨਾਂ ਨੇ ਆਪਣਾ ਬੌਧਿਕ ਵਿਕਾਸ ਕੀਤਾ, ਉਹਨਾਂ ਨੇ ਸਾਨੂੰ ਬਹੁਤ ਸੋਹਣੀਆਂ ਸੋਹਣੀਆਂ, ਬਹੁਤ ਕੀਮਤੀ ਐਸੀਆਂ ਚੀਜ਼ਾਂ ਬਣਾ ਕੇ ਦਿੱਤੀਆਂ ਜਿਹਦਾ ਅਸੀਂ ਉਪਯੋਗ ਕਰ ਰਹੇ ਹਾਂ। ਜਿਵੇਂ ਆ ਮੋਬਾਈਲ ਹੈ, ਮੋਬਾਈਲ ਰਾਹੀਂ ਅਸੀਂ ਆਪਣੀ ਵਾਰਤਾਲਾਪ ਚੰਦ ਸਕਿੰਟਾਂ ਵਿੱਚ ਲੱਖਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਸੋਸ਼ਲ ਮੀਡੀਆ ਰਾਹੀਂ, ਨੈੱਟ ਦੁਆਰਾ ਸਾਡੇ ਲਈ ਹੈਲੀਕਾਪਟਰ ਬਣੇ, ਜਹਾਜ਼ ਬਣੇ, ਟ੍ਰੇਨਾਂ ਬਣੀਆਂ, ਗੱਡੀਆਂ ਬਣੀਆਂ, ਐਨਕ ਬਣੀ, ਹੋਰ ਪਤਾ ਨਹੀਂ ਕਿੰਨਾ ਕੁਝ ਹੈ ਸਾਡੇ ਲਈ ਜੋ ਬਣਨਾ ਹੈ। ਉਹਦੇ ਲਈ ਬੌਧਿਕ ਵਿਕਾਸ ਦਾ ਹੋਣਾ ਜ਼ਰੂਰੀ ਹੈ। ਇਸ ਕਰਕੇ ਭਾਰਤੀ ਸੰਵਿਧਾਨ ਨੂੰ ਪੜ੍ਹੋ, ਆਪਣੇ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੁੜੋ, ਆਪਣੇ ਘਰਾਂ ਵਿੱਚ ਸਤਿਗੁਰਾਂ ਦੀ ਬਾਣੀ ਅਤੇ ਭਾਰਤੀ ਸੰਵਿਧਾਨ ਨੂੰ ਲੈ ਕੇ ਆਓ, ਭਾਰਤੀ ਝੰਡੇ ਦਾ ਸਤਿਕਾਰ ਕਰੋ। ਜੋ ਉਹਦੇ ਵਿੱਚ 24 ਤੀਲੀਆਂ ਦਾ ਜ਼ਿਕਰ ਕੀਤਾ, ਜੋ ਮੈਂ ਆਪ ਜੀ ਨੂੰ ਦੱਸ ਦਿੱਤੀਆਂ ਨੇ, ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹੋ, ਸਮਝੋ, ਆਪਣੇ ਜੀਵਨ ਵਿੱਚ ਵਸਾ ਕੇ ਹੋਰ ਲੋਕਾਂ ਨੂੰ ਦੱਸੋ ਅਤੇ ਆਪਾਂ ਇਹਨਾਂ ਦਾ ਉਪਯੋਗ ਕਰੀਏ। ਸੋ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਅਸ਼ੋਕ ਚੱਕਰ ਦਾ ਭਾਰਤੀ ਝੰਡੇ ਵਿੱਚ ਕੀ ਮਹਾਨਤਾ ਹੈ। ਮੇਰੇ ਕੋਲੋਂ ਵਿਚਾਰਾਂ ਕਰਦਿਆਂ ਇੱਕ ਨਹੀਂ ਬਹੁਤ ਗਲਤੀਆਂ ਹੋਈਆਂ ਹੋਣਗੀਆਂ। ਮੈਂ ਖਿਮਾ ਦਾ ਜਾਚਕ ਹਾਂ ਜੀ, ਮੇਰੀਆਂ ਗਲਤੀਆਂ ਮੈਨੂੰ ਜ਼ਰੂਰ ਦੱਸਣੀਆਂ। ਸੋ ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ। ਅਗਲੀ ਵੀਡੀਓ ਵਿੱਚ ਅਗਲੇ ਵਿਸ਼ੇ 'ਤੇ ਆਪ ਜੀ ਦੇ ਨਾਲ ਗੱਲਬਾਤ ਕਰਾਂਗਾ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।